ਸੁਚੇਤ ਕਰਦਿਆਂ ਹੋਇਆਂ ਬਚਨ ਕਹਿੰਦੇ ਨੇ। 2 ਵਾਰੀ ਉਹਨਾਂ ਨੇ ਇੱਕੋ ਗੱਲ ਦੁਹਰਾਈ। ਕਹਿਣ ਲੱਗੇ ਸੁਚੇਤ ਹੋ ਗਾਫਲ ਨਾ ਹੋ, ਕਿਉਂ? ਬੀਤ ਜੈ ਜਨਮ ਅਕਾਜ ਰੇ, ਤੇਰੀ ਉਮਰ ਆਕਾਸ਼ ਦਾ ਭਾਵ ਵਿਅਰਥ ਜਾ ਰਹੀ ਹੈ। ਬੀਤ ਜੈ ਹੈ ਜਨਮ ਅਕਾਜ ਰੇ। ਤੇ ਅਗਲੀ ਉਹਨਾਂ ਨੇ ਗੱਲ ਬੜੀ ਪਿਆਰੀ ਕਹੀ ਏ। ਕਹਿਣ ਲੱਗੇ ਜਿਨ੍ਹਾਂ ਦੇ ਕੰਨਾਂ ਵਿੱਚ ਇਹ ਗੱਲ ਨਹੀਂ ਪੈਂਦੀ ਉਹ ਤੇ ਚਲੋ ਛੱਡੋ, ਉਹਨਾਂ ਦੀ ਤੇ ਗੱਲ ਹੀ ਵੱਖਰੀ ਵੀ ਮੌਤ ਨੇੜੇ ਹੈ, ਉਹਨਾਂ ਦੀ ਤੇ ਗੱਲ ਹੀ ਵੱਖਰੀ ਹੈ। ਪਰ ਕਹਿੰਦੇ ਨੇ ਪੁਰਾਣ ਕੁਰਾਨ ਕਥਾ ਤੇ ਕੀਰਤਨ ਤੇ ਵਿਖਿਆਨ ਕਹਿਣ ਵਾਲੇ, ਸੁਣਨ ਵਾਲੇ ਤੇ ਪੜਨ ਵਾਲੇ ਵੀ ਇਸ ਗੱਲ ਨੂੰ ਪੜ ਕੇ ਕਹਿ ਤੇ ਸੁਣ ਕੇ ਜੀਵਨ ਵਿੱਚ ਲਾਗੂ ਨਹੀਂ ਕਰਦੇ ਕਿ ਤੇਰਾ ਜਨਮ ਅਕਾਰਤ ਜਾਂਦਾ ਪਿਆ ਤੇ ਮੌਤ ਤੇਰੇ ਨੇੜੇ ਆ ਰਹੀ ਹੈ। ਅਗਲੇ ਸ਼ਬਦ ਕਹੇ ਨੇ ਉਹਨਾਂ ਨੇ। ਕਹਿਣ ਲੱਗੇ ਨਿਸ ਦਿਨ ਸੁਣ ਕੇ ਪੁਰਾਨ, ਸਮਝਤ ਨਹਿ ਰੇ ਅਜਾਨ। ਪੁਰਾਣ ਵੀ ਤੂੰ ਸੁਣ ਲੈਣਾ ਵੀ ਮੌਤ ਹੈ। ਹੁਣ ਸ਼ਾਇਦ ਉਹਨਾਂ ਦਾ ਤੇ ਮੁਆਫੀ ਆ ਜਾਏਗੀ। ਘੱਟੋ ਘੱਟ ਇਹ ਤੇ ਜਾ ਕੇ ਕਹਿਣਗੇ ਵੀ ਧਰਮਰਾਜ ਨੂੰ ਅਸੀਂ ਗਏ ਨਹੀਂ, ਸਾਨੂੰ ਪਤਾ ਨਹੀਂ ਲੱਗਾ, ਤੁਸੀਂ ਵੀ ਐਸੋ। ਜਦੋਂ ਸਾਹਮਣੇ ਦਿਸਿਆ ਨਾ ਮੌਤ, ਤੇ ਉਦੋਂ ਇੱਕ ਬਹਾਨਾ ਉਹਨਾਂ ਕੋਲ ਹੈ ਵੇ, ਕਿਉਂਕਿ ਜਵਾਬ ਮੰਗਿਆ ਜਾਣਾ ਕਿਆ ਤੈਂ ਖਟਿਆ ਕਹਾਂ ਗਵਾਇਆ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਕੰਮ ਕਰਦੇ ਰਹੇ ਹੋ, ਤੇ ਉਹਨਾਂ ਨੇ ਕਹਿ ਦੇਣਾ ਮਹਾਰਾਜ ਸਾਨੂੰ ਸਮਝ ਨਹੀਂ ਲੱਗੀ, ਬਾਜ਼ਾਰ ਵਿੱਚ ਹੀ ਉਮਰ ਲੰਘ ਗਈ, ਕੀ ਕਰੀਏ, ਸਮਾਂ ਨਹੀਂ ਲੱਗਾ ਗੁਰਦੁਆਰੇ ਜਾਣ ਦਾ, ਮੰਦਰ ਵਿੱਚ ਜਾਣ ਦਾ, ਮਸਜਿਦ ਵਿੱਚ ਜਾਣ ਦਾ, ਟਾਈਮ ਹੈ ਨਹੀਂ ਸੀ, ਗਾਹਕ ਬੜੇ ਪੈਂਦੇ ਸਨ, ਤੇ ਸਵੇਰੇ ਖੋਲੀ ਦੀ ਸੀ ਦੁਕਾਨ, ਰਾਤ ਦੇ 10 ਵੱਜ ਜਾਂਦੇ ਸਨ, ਰੋਟੀ ਖਾਣ ਦਾ ਵੀ ਟਾਈਮ ਨਹੀਂ ਸੀ ਲੱਗਦਾ। ਆ ਪਿੱਛੇ ਢੇਰ ਲਾ ਕੇ ਪੁੱਤਰਾਂ ਨੂੰ ਦੇ ਕੇ ਆ ਗਏ, ਸਾਡੇ ਆਪਣੇ ਪੱਲੇ ਗਲ ਦੇ ਕੱਪੜੇ ਵੀ ਨਹੀਂ ਰਹੇ। ਇਸ ਲਈ ਉਹ ਕੀ ਕਰਨਗੇ? ਉਹ ਇਹ ਕਹਿ ਸਕਦੇ ਨੇ ਵੀ ਸਾਨੂੰ ਭੁਲੇਖਾ ਲੱਗ ਗਿਆ। ਇੱਕ ਪੱਜ ਤੇ ਬਹਾਨਾ ਹੈ ਉਹਨਾਂ ਕੋਲ ਵੀ ਅਸੀਂ ਸੁਣਿਆ ਹੀ ਨਹੀਂ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੇ ਪੁਰਾਣ ਸੁਣ ਲੈਂਦੇ ਨੇ, ਜੇ ਉਹ ਸੁਣ ਕੇ ਵੀ ਨਹੀਂ ਮੰਨਦੇ, ਉਹ ਹੀ ਕਰਤੂਤਾਂ ਉਹ ਕਰੀ ਜਾਂਦੇ ਨੇ, ਤੇ ਉਹਨਾਂ ਦਾ ਕੀ ਬਣੇਗਾ? ਕਹਿਣ ਲੱਗੇ ਬੀਤ ਜੈ ਹੈ ਜਨਮ ਅਕਾਜ ਰੇ। ਨਿਸ ਦਿਨ ਸੁਣ ਕੇ ਪੁਰਾਣ। ਅਸਲ ਵਿੱਚ ਉਹਨਾਂ ਲੋਕਾਂ ਦੀ ਵਿਆਖਿਆ ਹੋ ਰਹੀ ਹੈ ਜਿਹੜੇ ਗੁਰੂ ਦੇ ਕੋਲ ਰਹਿੰਦੇ ਨੇ। ਨਿਸ ਦਿਨ ਦਾ ਮਤਲਬ ਹੁੰਦਾ ਦਿਨ ਰਾਤ, ਜਿਹੜੇ ਦਿਨ ਰਾਤ ਸਾਰਾ ਕੁਝ ਪੜ੍ਹਦੇ ਵੀ ਨੇ, ਸੁਣਦੇ ਵੀ ਨੇ, ਗਾਉਂਦੇ ਵੀ ਨੇ, ਸਭ ਕੁਝ ਹੁੰਦਾ ਹੈ ਪਿਆ। ਪਰ ਨਿਸ ਦਿਨ ਸੁਣ ਕੇ ਅਜਾਨ, ਸਮਝਤ ਨਹਿ ਰੇ ਅਜਾਨ। ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿ ਰੇ ਅਜਾਨ। ਕਾਲ ਤੋਂ ਪਹੁੰਚਿਓ ਆਣ, ਕਹਾਂ ਜੈ ਹੈ ਭਾਜ ਰੇ। ਕਾਲ ਤੇਰਾ ਦਰਵਾਜ਼ਾ ਮੱਲ ਕੇ ਖੜਾ ਹੈ, ਤੇਰੇ ਚੌਵਾਂ ਪਾਸੇ ਘੇਰ ਕੇ ਤੈਨੂੰ ਤੁਰਦਾ ਹੈ, ਉਹਦੇ ਤੋਂ ਭੱਜ ਕੇ ਕਿੱਧਰ ਚਲਾ ਜਾਏਗਾ? ਇਸ ਲਈ ਅਗਲੇ ਬਚਨ ਉਹਨਾਂ ਨੇ ਕਹਿਣ ਲੱਗੇ ਅਸਥਿਰ ਜੋ ਮਾਨਿਓ ਦੇ, ਸੋ ਤੋਂ ਤੇਰੋ ਹੋਏ ਹੈ ਖੇ। ਪਹਿਲੀ ਗੱਲ ਤੂੰ ਸੰਸਾਰ ਦੀ ਗੁਰੂ ਸਾਹਿਬ ਨੇ ਗੱਲ ਹੀ ਨਹੀਂ ਕੀਤੀ, ਕਿਉਂਕਿ ਇਹ ਗੱਲਾਂ ਬਾਅਦ ਵਿੱਚ ਨੇ। ਪੁੱਤਰ ਝੂਠਾ ਹੈ, ਇਸਤਰੀ, ਪਿਤਾ, ਮਾਤਾ, ਪਰਿਵਾਰ ਸੰਬੰਧੀ, ਮਾਇਆ, ਘਰ, ਇਹ ਗੱਲਾਂ ਬਾਅਦ ਦੀਆਂ ਨੇ। ਗੁਰੂ ਸਾਹਿਬ ਜੜ ਨੂੰ ਫੜਦੇ ਨੇ। ਕਹਿਣ ਲੱਗੇ ਇਥੋਂ ਸਰੀਰ ਤੋਂ ਸ਼ੁਰੂ ਕਰਦੇ। ਆ ਜਿਹੜੇ ਹੱਥਾਂ ਦੇ ਨਾਲ ਦਿਨ ਰਾਤ ਤੂੰ ਖਾਣਾ ਪੀਣਾ, ਸਰੀਰ ਨੂੰ ਸਵਾਰਨਾ ਤੇ ਮਹਿੰਦੀ ਦੇ ਫੁੱਲ ਬੂਟੇ ਪਾਣਾ, ਇਹ ਤੇਰੇ ਹੱਥ ਵੀ ਇੱਕ ਦਿਨ ਅੱਗ ਨੇ ਸਵਾਹ ਬਣਾ ਦੇਣੇ ਨੇ। ਇਹਦੀਆਂ ਹੱਡੀਆਂ ਉਹਨੇ ਭੁੰਨ ਕੇ ਰੱਖ ਦੇਣੀਆਂ ਨੇ, ਤੇ ਅਖੀਰ ਨੂੰ ਇੱਕ ਚਿੱਟੇ ਕੱਪੜੇ ਵਿੱਚ ਪਾ ਕੇ ਕਿਤੇ ਪਾਣੀ ਵਿੱਚ ਰੋੜ ਦੇਣਗੇ। ਇਹਨਾਂ ਦਾ ਹੋਰ ਕੁਝ ਨਹੀਂ ਬਣਨਾ। ਸਾਹਿਬ ਕਹਿੰਦੇ ਅਸਥਿਰ ਜੋ ਮਾਨਿਓ ਦੇ, ਤੂੰ ਇਸ ਦੇਹ ਨੂੰ ਅਸਥਿਰ ਮੰਨਿਆ ਹੋਇਆ ਹੈ, ਅਸਲ ਵਿੱਚ ਹੈ ਨਹੀਂ। ਤੂੰ ਫਿਕਸ ਕਰ ਲਿਆ, ਆਈਡੀਆ ਲਾ ਲਿਆ, ਆਪਣੇ ਤਜਰਬੇ, ਝੂਠੇ ਤਜਰਬੇ ਵਿੱਚ ਜਿਉ ਰਿਹਾ, ਸੱਚ ਨਹੀਂ ਹੂੰ। ਅਸਥਿਰ ਜੋ ਮਾਨਿਓ ਦੇ, ਸੋ ਤੋਂ ਤੇਰੋ ਹੋਏ ਹੈ ਖੇ। ਕਬੀਰ ਜੀ ਕਹਿੰਦੇ ਨੇ ਖੇ ਹੀ ਨਹੀਂ, ਉਹ ਅੱਗੇ ਚਲੇ ਜਾਂਦੇ। ਕਹਿਣ ਲੱਗੇ ਜਿੱਥੇ ਤੇਰਾ ਸਰੀਰ ਅਖੀਰ ਹੋਇਆ ਤੇ ਫੂਕਿਆ ਗਿਆ, ਵੇਖੋ ਇਹਦਾ ਕਾਰਨ ਕੀ ਹੈ ਵੀ ਮੌਤ। ਗੁਰੂ ਸਾਹਿਬ ਮੌਤ ਦੇ ਇੰਨਾ ਨੇੜੇ ਕਿਉਂ ਲਿਜਾਂਦੇ ਨੇ? ਇਹਦਾ ਕਾਰਨ ਕੀ? ਕਿਉਂਕਿ ਜਿੰਨਾ ਚਿਰ ਮੌਤ ਦਾ ਝਟਕਾ ਨਾ ਲੱਗਾ, ਉਹਨਾਂ ਚਿਰ ਕਦੀ ਵੀ ਬੰਦਾ ਜਾਗੇਗਾ ਨਹੀਂ। ਤਜਰਬੇਕਾਰਾਂ ਨੇ ਜੀਵਨ ਵਿੱਚ ਤਜਰਬੇ ਕੀਤੇ ਨੇ। ਇੱਕ ਸੱਜਣ ਕਹਿੰਦੇ ਹੁੰਦੇ ਸਨ, ਉਹਨਾਂ ਨੂੰ ਜਦੋਂ ਜੀਵਨ ਵਿੱਚ ਰੰਗ ਲੱਗਾ, ਕਿਸੇ ਪੁੱਛ ਲਿਆ ਕਿਵੇਂ ਗੱਲ ਬਣੀ, ਅੰਦਰ ਕਿਵੇਂ ਟਿਕ ਗਿਆ ਜੇ? ਸੰਸਾਰ ਤੋਂ
ਉਪਰਾਮ ਨਹੀਂ ਸਨ ਹੋਏ। ਜਿਉਣ ਦੀ ਜਾਚ ਕਿਵੇਂ ਆ ਗਈ? ਕਹਿਣ ਲੱਗੇ ਜਿਉਣ ਦੀ ਜਾਚ ਇਸ ਤਰ੍ਹਾਂ ਆਈ ਏ, ਮੈਂ ਬੜੇ ਲੋਕਾਂ ਦੀ ਮੌਤ ਤੇ ਗਿਆ ਵਾਂ, ਉਹਨਾਂ ਨੂੰ ਵੇਖਿਆ ਮਰਦਿਆਂ ਨੂੰ, ਉਹਨਾਂ ਨੂੰ ਵੇਖਿਆ ਲੋਕ ਨਵਾਉਂਦੇ ਨੇ, ਉਹਨਾਂ ਨੂੰ ਲੈ ਕੇ ਜਾਂਦੇ ਨੇ ਲੰਬੂ ਲਾਂਦਿਆਂ ਨੂੰ ਮੈਂ ਖੁਦ ਵੇਖਿਆ। ਫਿਰ ਉਹਨਾਂ ਦੇ ਭੋਗ ਵਾਲੇ ਦਿਨ ਚਿੱਟੇ ਕੱਪੜੇ ਪਾ ਕੇ ਅਸੀਂ ਵੀ ਗਏ ਹਾਂ, ਉੱਥੇ ਕਥਾ ਆਸਾ ਕੀਤੀ, ਕਈਆਂ ਨੇ ਸੁਣੀ, ਅਰਦਾਸਾਂ ਹੋਈਆਂ, ਬੜਾ ਕੁਝ ਹੋ ਗਿਆ। ਕੱਪੜੇ ਝਾੜ ਕੇ ਫਿਰ ਉਸ ਤਰ੍ਹਾਂ ਹੀ ਬਾਹਰ ਨਿਕਲ ਆਏ। ਪਰ ਮੈਂ ਇੱਕ ਦਿਨ ਫੈਸਲਾ ਕੀਤਾ ਸੀ, ਮਣਾ ਆਪਣੇ ਉੱਤੇ ਇਸ ਤਜਰਬੇ ਨੂੰ ਜਿਉਂਦਿਆਂ ਹੰਢਾ ਕੇ ਵੇਖ। ਕਿਵੇਂ? ਕਹਿਣ ਲੱਗੇ ਇੱਕ ਦਿਨ ਸੁਪਨੇ ਵਿੱਚ ਰਾਤ ਨੂੰ ਮੇਰੀ ਮੌਤ ਹੋ ਗਈ ਤੇ ਮੌਤ ਹੋਏ ਨੂੰ ਘਰ ਦੇ ਵਿਹੜੇ ਦੇ ਬਰਾਂਡੇ ਵਿੱਚ ਉਹਨਾਂ ਲਿਟਾ ਦਿੱਤਾ। ਉਸ ਵੇਲੇ ਪਰਿਵਾਰ ਦੇ ਸਾਰੇ ਜੀਅ ਚੌਹਾਂ ਪਾਸੇ ਰੋਂਦੇ ਨੇ, ਬੱਚੇ ਚੌਹਾਂ ਪਾਸੇ ਕਲਪਦੇ ਨੇ। ਵੇਖੋ ਨਕਸ਼ਾ ਤੇ ਭਿਆਨਕ ਹੀ ਸਵੇਰੇ ਸਵੇਰੇ। ਪਰ ਸਚਾਈ ਇਹ ਹੈ, ਜਿੰਨਾ ਚਿਰ ਇਸ ਅੱਗ ਵਿੱਚੋਂ ਮਨ ਨਾ ਲੰਘਿਆ ਉਹਨਾਂ ਚਿਰ ਨੇ ਗੰਧ ਨਹੀਂ। ਜੇ ਛੱਡਣਾ ਭਾਵੇਂ ਕੁਝ ਕਰ ਲਈਏ, ਇਹ ਛੱਡੇ ਗਏ ਉਦਣ ਜਿੱਦਣ ਅਗਲਾ ਪਾਸਾ ਇਹਨੂੰ ਦਿਸ ਪਿਆ। ਇਸ ਲਈ ਕਹਿਣ ਲੱਗਾ ਅਖੀਰ ਨੂੰ ਮੈਂ ਇਹ ਵੀ ਵੇਖਿਆ, ਮਹਿਸੂਸ ਕੀਤਾ ਜੀਵਨ ਵਿੱਚ ਕਿ ਮੈਨੂੰ ਸਭ ਤੋਂ ਪਿਆਰੇ ਵੱਡੇ ਪੁੱਤਰ ਨੇ ਅੱਗ ਲਾਈ ਏ, ਔਰ ਉਹਦੇ ਤੋਂ ਬਾਅਦ ਬੜੇ ਰਿਸ਼ਤੇਦਾਰ ਆਏ। ਪਹਿਲਾਂ ਉਹਨਾਂ ਨੇ ਅੱਖਾਂ ਵਿੱਚੋਂ ਝੂਠੇ ਹੰਝੂ ਵਹਾਏ। ਇਹ ਸਾਰਾ ਕੁਝ ਸੁਪਨਾ ਵੇਖਦਾ ਪਿਆ। ਕਹਿਣ ਲੱਗੇ ਫਿਰ ਅਰਦਾਸਾਂ ਹੋ ਗਈਆਂ, ਲੋਕਾਂ ਨੇ ਕਹਿ ਦਿੱਤਾ ਸੱਚਖੰਡ ਵਿੱਚ ਥਾਂ ਮਿਲ ਗਈ ਏ। ਸਾਰੇ ਕਹਿੰਦੇ ਨੇ ਜਲਦੀ ਭੋਗ ਪਾ ਦਿਓ। ਇੰਨੀ ਕਹਿ ਕੇ ਬਾਹਰ ਜਾ ਕੇ ਕਹਿੰਦੇ 8-8 ਪ੍ਰਸ਼ਾਦੇ ਛਕ ਕੇ ਰੱਜ ਕੇ, ਕੋਈ ਕਿਸੇ ਨੂੰ ਮੇਰੇ ਨਾਲ ਸਨੇਹ ਨਹੀਂ, ਸਾਰੇ ਰੱਜ ਕੇ ਵਧੀਆ ਜਲੇਬਾਂ ਦੇ ਨਾਲ ਆਪਣੇ ਘਰ ਨੂੰ ਚਲੇ ਗਏ ਨੇ। ਹਿਸਾਬ ਤੇ ਫਿਰ ਮੇਰੀ ਜਿੰਦ ਨੂੰ ਦੇਣਾ ਪਿਆ। ਇਹ ਤੇ ਸਾਰਾ ਬਾਹਰਲਾ ਪ੍ਰਗਟਾਵਾ ਸੀ। ਵੇਖੋ ਲੋਕਾਂ ਦੇ ਭੋਗ ਨਹੀਂ, ਜਿੰਨਾ ਚਿਰ ਬੰਦੇ ਦਾ ਆਪਣਾ ਭੋਗ ਬੰਦਾ ਆਪ ਹੀ ਨਾ ਪਾ ਦੇ, ਉਹਨਾਂ ਚਿਰ ਨਵਾਂ ਜੀਵਨ ਸ਼ੁਰੂ ਨਹੀਂ ਹੁੰਦਾ। ਇਹ ਧਿਆਨ ਰੱਖਣਾ। ਸੰਸਾਰੀ ਨੂੰ ਇਹ ਬੜਾ ਵਿਖੜਾ ਪੈਂਡਾ ਲੱਗੇਗਾ, ਬੜਾ ਰਸਹੀਣ ਵਿਸ਼ਾ, ਇਹਦੇ ਵਿੱਚੋਂ ਡਰ ਆਏਗਾ, ਦੁੱਖ ਮਿਲੇਗਾ। ਪਰ ਗੁਰੂ ਕੇ ਸਵਾਰਿਓ, ਜਿੱਦਣ ਬੀਜ ਧਰਤੀ ਵਿੱਚ ਖਤਮ ਹੋ ਜਾਂਦਾ ਹੈ ਉਸੇ ਦਿਨ ਫੁੱਲ ਖਿੜਦੇ ਨੇ। ਅਸੀਂ ਫੁੱਲ ਬਣਨਾ ਚਾਹੁੰਦੇ ਹਾਂ ਪਰ ਬੀਜ ਨਹੀਂ ਛੱਡਣਾ ਚਾਹੁੰਦੇ। ਕਾਰਨ ਸਿਰਫ ਇਹੀ ਹੈ, ਵਿੱਚ ਕਿਉਂ ਅਟਕੇ ਹੋਏ ਹਾਂ? ਅਸੀਂ ਵਿਚਕਾਰ ਤਾਂ ਹੀ ਖੜੇ ਰਹਿੰਦੇ ਹਾਂ। ਇਹਦਾ ਕਾਰਨ ਹੀ ਇਹ ਵੇ ਕਿ ਆਪਾਂ ਸਾਰੀ ਜ਼ਿੰਦਗੀ ਬੀਜ ਬਣੇ ਰਹਿੰਦੇ ਹਾਂ ਤੇ ਕਹਿੰਦੇ ਹਾਂ ਬੀਜ ਵੀ ਬਣੇ ਰਹਿਣਾ ਤੇ ਸਾਡੇ ਫੁੱਲ ਵੀ ਖਿੜ ਪੈਣ। ਯਾਦ ਰੱਖੀਏ, ਜਾਂ ਬੀਜ ਰਹੇਗਾ ਤੇ ਜਾਂ ਫੁੱਲ ਖਿੜਨਗੇ, ਇੱਕ ਚੀਜ਼ ਬਣੇਗੀ। ਜਾਂ ਤੇ ਆਪਣੇ ਮਨ ਦੀ ਮਰਜ਼ੀ ਤੇ ਰਸ ਛੱਡਨੇ ਪੈਣਗੇ ਤੇ ਜਾਂ ਫਿਰ ਗੁਰੂ ਕੇ ਸਵਾਰਿਓ ਪਰਮਾਤਮਾ ਦੇ ਘਰ ਦਾ ਰਸ ਮਿਲੇਗਾ। ਜਿੰਨਾ ਚਿਰ ਬੀਜ ਨਹੀਂ ਮਰਦਾ ਉਹਨਾਂ ਚਿਰ ਫੁੱਲ ਨਹੀਂ ਖਿੜਦੇ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੰਕਾਰ ਦਾ ਤੇਰੇ ਵਿੱਚ ਬੀਜ ਹੈ, ਉਹਨੂੰ ਛੱਡ ਦੇ। ਇੱਕ ਹੋਰ ਮੈਂ ਬੇਨਤੀ ਕਹਿ ਦਿਆਂ, ਭੱਟਾਂ ਦੇ ਸਵਈਆਂ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਵਈਏ ਨੇ। ਉਹਨਾਂ ਨੇ ਇੱਕ ਬਚਨ ਕਿਹਾ, ਇਥੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਦੀ ਸਮਾਪਤੀ, ਜਿਹਦੇ ਵਿੱਚ ਉਹ ਕਹਿੰਦੇ ਨੇ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ ਕਹਾਂ ਜੈ ਹੈ ਭਾਜ ਰੇ, ਅਸਥਿਰ ਜੋ ਮਾਨਿਓ ਦੇ ਸੋ ਤੋਂ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ, ਕਿਉਂ ਨਹੀਂ ਤੂੰ ਉਸ ਨਾਮ ਨਾਲ ਜੁੜਦਾ। ਇਸ ਕਰਕੇ ਗੁਰੂ ਕੇ ਸਵਾਰਿਓ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਬੰਦੇ ਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਚੂਹਾ ਖੁੱਡ ਦੇ ਵਿੱਚ ਬੈਠ ਕੇ ਬੜੇ ਆਨੰਦ ਦੇ ਵਿੱਚ ਕੀੜੇ ਖਾਂਦਾ ਹੈ, ਉਹਦੇ ਵਿੱਚ ਕਈ ਕੁਝ ਖਾਂਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਵੀ ਜਦੋਂ ਖੁੱਡ ਵਿੱਚ ਵੜਿਆ ਸੀ ਨਾ, ਕਿਸੇ ਬਿੱਲੇ ਨੇ ਉਹਨੂੰ ਵੇਖ ਲਿਆ ਵੜਦੇ ਨੂੰ, ਤੇ ਬਿੱਲਾ ਖੁੱਡ ਦੇ ਮੂੰਹ ਤੇ ਆ ਕੇ ਸ਼ਹੀ ਲਾ ਕੇ ਲੁਕ ਕੇ ਬੈਠਾ ਹੈ ਤੇ ਤੂੰ ਅੰਦਰ ਮਸਤੀਆਂ ਕਰਨਾ ਪਿਆ। ਜਿਉਂ ਹੀ ਤੂੰ ਖੁੱਡ ਤੋਂ ਬਾਹਰ ਨਿਕਲਿਓ ਉਸੇ ਵੇਲੇ ਬਿੱਲੇ ਨੇ ਤੇਰੀ ਗਰਦਨ ਮਰੋੜ ਦੇਣੀ ਹੈ। ਸਵਈਆਂ ਦੇ ਵਿੱਚ ਆਪ ਜੀ ਅੰਮ੍ਰਿਤ ਵੇਲੇ ਇੱਥੇ ਗੁਰਮੁਖਾਂ ਤੋਂ ਸੁਣਦੇ ਹੋਵੋਗੇ, ਰੇ ਮਨ ਮੂਸ ਬਿਲਾ ਮਹਿ ਗਰਬਤ, ਹੇ ਮੇਰੇ ਚੂਹੇ ਵਰਗੇ ਮਨ। ਬਿਲਾ ਦਾ ਅਰਥ ਹੈ ਖੁੱਡ, ਮਹਿ ਦਾ ਅਰਥ ਹੈ ਵਿੱਚ, ਗਰਬਤ ਤੂੰ ਵਿੱਚ ਕਿਹੜੇ ਹੰਕਾਰ ਵਿੱਚ ਪਿਆ। ਤੇ ਇਹ ਖੁੱਡ ਕੋਈ ਬਾਹਰਲੀ ਨਹੀਂ, ਇਸ ਸਰੀਰ ਨੂੰ ਉਹ ਖੁੱਡ ਕਹਿ ਰਹੇ ਨੇ। ਰੇ ਮਨ ਮੂਸ ਬਿਲਾ ਮੈਂ ਗਰਬਤ, ਤੂੰ ਇਹਨਾਂ ਅੱਖਾਂ ਦੀਆਂ ਖੁੱਡਾਂ ਵਿੱਚ ਹੰਕਾਰੀ ਹੋ ਕੇ ਵੇਖਣਾ ਹੈ।
ਤੂੰ ਇਸ ਮੂੰਹ ਦੀ ਖੁੱਡ ਵਿੱਚ ਹੰਕਾਰੀ ਹੋ ਕੇ ਸ਼ਰਾਬ ਪੀ ਪੀ ਕੇ ਮੱਤ ਆਪਣੀ ਮਾਰ ਰਿਹਾ ਹੈ। ਕੰਨਾਂ ਦੇ ਵਿੱਚ ਵਿਵਰਜਿਤ ਧਰਮ ਅਨੁਸਾਰ ਸੰਗੀਤ ਸੁਣਨਾ ਹੈ ਤੇ ਹੱਥਾਂ ਨਾਲ ਉਹ ਕਾਰਜ ਕਰਨਾ ਜਿਹੜੇ ਗੁਰੂ ਕੀ ਕਿਰਪਾ ਅਨੁਸਾਰ ਨਹੀਂ। ਇਹ ਸਾਰਾ ਤੂੰ ਇਸ ਖੁੱਡ ਵਿੱਚ ਬਹਿ ਕੇ ਮਨ ਮਰਜ਼ੀਆਂ ਪਿਆ ਕਰਨਾ। ਰੇ ਮਨ ਮੂਸ ਬਿਲਾ ਮੈਂ ਗਰਬਤ ਤੇ ਕਰਤਬ ਕਰਤ ਮਹਾ ਮੁਗਨਾ। ਕਰਤਬ ਦਾ ਅਰਥ ਹੈ ਕੰਮ,